सवाल कराया सी मैनूं कि पहला देखो जदों भी ਜਿਹੜੇ भी अपने हौदियां लगे ने जो कुर्सियां लगे ने सब ने चाह बनाए ने मैं भी उन्होंने की ਆਪਾਂ ਨੂੰ ਸਾਰਿਆਂ ਨੂੰ ਉਦੋਂ ਪਤਾ ਸੀ ਕਿ ਚਲੋ ਕਰੋੜ 1.5 ਕਰੋੜ 2 ਕਰੋੜ ਜੋ ਵੀ ਮਿਲੂਗਾ ਆਪਾਂ ਉਹਦੇ ਨਾਲ ਖੁਸ਼ ਸੀ ਠੀਕ ਹੈ ਜੀ ਪਰ ਉਸ ਤੋਂ ਬਾਅਦ ਜਦੋਂ ਹੁਣ ਖੁੱਲ੍ਹ ਖੁੱਲ੍ਹ ਕੇ ਪਰਤਾਂ ਆ ਰਹੀਆਂ ਨੇ ਉਦੋਂ ਆਪਾਂ ਨੂੰ ਇਹ ਪਤਾ ਲੱਗ ਰਿਹਾ ਕਿ ਜਿਹੜਾ ਆਪਣਾ ਕਿਸਾਨ ਦੁਨੀਆਂ ਸੰਘਰਸ਼ ਕਰ ਰਹੀਆਂ ਨੇ ਨਾ ਤਿੰਨ ਆਰਡੀਨੈਂਸਾਂ ਦਾ ਉਹਦਾ ਜਿਹੜਾ ਪਹਿਲੀ ਜਿਹੜਾ ਉਹਦਾ ਆਪਾਂ ਨੂੰ ਮੁੱਖ ਏਜੰਡਾ ਉਹਨਾਂ ਨੇ ਆਪਣੇ ਲਾਗੂ ਕਰਤਾ ਪੰਜਾਬ ਦੇ ਵਿੱਚ ਖਾਸ ਕਰਕੇ ਇਸ ਗੱਲ ਨੂੰ ਧਿਆਨ ਨਾਲ ਸਮਝੋ ਇਹ ਸਾਰਾ ਕੁਝ ਵੀ ਇਹ ਉਸ ਸਮੇਂ ਦੇ ਵਿੱਚ ਹੋਇਆ ਜਦੋਂ ਇਹ ਆਰਡੀਨੈਂਸਾਂ ਦਾ ਰੌਲਾ ਪੈ ਰਿਹਾ ਤੇ ਜਦੋਂ ਇਹ ਕਰੋਨਾ ਵਾਇਰਸ ਲੱਗਿਆ ਸੀ ਮੈਂ ਤਾਂ ਵਾਰ-ਵਾਰ ਬੇਨਤੀ ਕਰ ਰਿਹਾ ਕਿ ਪਹਿਲਾਂ ਸਾਰੇ ਆਪਾਂ ਪੈਸੇ ਦੇ ਚੱਕਰ ਚੁਲਝ ਕੇ ਰੇਟਾਂ ਦੇ ਚੱਕਰ ਚੁਲਝ ਕੇ ਬੁਰਜੀਆਂ ਨੂੰ ਦੇਖ ਕੇ ਖੁਸ਼ ਹੋਈ ਗਏ ਪਰ ਹੁਣ ਗੱਲ ਇੱਥੇ ਆ ਕੇ ਘਟੀ ਜੋ ਆਪਾਂ ਨੂੰ ਕਿਸਾਨ ਯੂਨੀਅਨ ਵਾਲੇ ਸਮਝਾ ਰਹੇ ਸੀ ਕਿ ਤੁਹਾਡਾ ਸਾਰੇ ਫੈਸਲੇ ਐਸਡੀਐਮ ਤੇ ਡੀਸੀ ਕਰਿਆ ਕਰਨਗੇ ਉਹੀ ਚੀਜ਼ ਤੁਹਾਡੇ ਨਾਲ ਹੋ ਰਹੀ ਹੈ ਇਸ ਨੂੰ ਨੋਟ ਕਰੋ ਹੁਣ ਆਪਾਂ ਇਕੱਠੇ ਹੋ ਕੇ ਜਾ ਰਹੇ ਹਾਂ ਕੀ ਸੁਣਵਾਈ ਹੋ ਰਹੀ ਹੈ ਆਪਣੀ ਉੱਤੇ ਅੱਜ ਤੋਂ 6 ਸਾਲ ਪਹਿਲਾਂ 2014-15 ਦੇ ਵਿੱਚ ਇਹੀ ਐਕਟ ਲਾਗੂ ਸੀ ਸਾਡੇ ਭਵਾਨੀਗੜ੍ਹ ਦੇ ਵਿੱਚ ਪਹਿਲੇ ਪਿੰਡ ਦਾ ਰੇਟ 1.5 ਕਰੋੜ ਰੁਪਇਆ ਪਰ ਏਕੜ ਬੇਸਿਕ ਰੇਟ ਪਿਆ ਉਹਦੀ ਕਾਪੀ ਹੈਗੀ ਹੈ ਸਾਡੇ ਕੋਲ ਤੁਹਾਨੂੰ ਵੀ ਪਹੁੰਚਾਤੀ ਤੁਸੀਂ ਐਸਡੀਐਮ ਨੂੰ ਪੁੱਛੋ ਮੈਂ ਕੱਲ ਪੁੱਛ ਕੇ ਆਇਆ ਭਵਾਨੀਗੜ੍ਹ ਐਸਡੀਐਮ ਨੂੰ ਕਿ ਉਹ 1.5 ਕਰੋੜ ਰੁਪਇਆ ਕਿਸ ਐਸਡੀਐਮ ਨੇ ਪਾਤਾ ਤੇ ਉਹਦੇ ਕੋਲ ਕਿਹੜੀ ਰਜਿਸਟਰੀ ਸੀ ਉਹਦਾ ਕੋਈ ਜਵਾਬ ਨਹੀਂ ਹੈਗਾ ਵੀਰੇ ਮੇਰੀ ਬੇਨਤੀ ਇਹ ਹੈ ਵੀ ਪਹਿਲਾਂ ਤਾਂ ਆਪਾਂ ਇਹ ਡਿਸਾਈਡ ਕਰੋ ਜਿਹੜਾ ਅਸੀਂ ਏਜੰਡਾ ਲੈ ਕੇ ਆਏ ਸੀ ਅਸੀਂ ਕਾਰ 'ਚ ਵੀ ਡਿਸਕਸ ਕਰਿਆ ਸੀ ਬਾਈ ਜੀ ਨਾਲ ਫੋਨ ਤੇ ਵੀ ਡਿਸਕਸ ਕਰਿਆ ਸੀ ਬਰਾਸ ਵਾਲੇ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਨਾਲ ਵੀ ਕਰਿਆ ਸੀ ਤੁਹਾਡੇ ਨਾਲ ਵੀ ਕਰਿਆ ਸੀ ਮੇਨ ਮੁੱਦਾ ਤਾਂ ਇਹ ਇਹਨਾਂ ਨੇ ਆਪਾਂ ਨੂੰ ਵੰਡ ਲਿਆ ਜ਼ਮੀਨ ਵਾਲੇ ਦਾ ਜਿਨ੍ਹਾਂ ਦੀ ਸੜਕ ਜਾ ਰਹੀ ਹੈ ਉਹ ਇੱਕ ਅੱਡ ਚੱਟਾਂ ਦੀ ਕਿਸਮ ਬਣਾਤੀ ਜਿਨ੍ਹਾਂ ਦੀ ਨਹੀਂ ਆ ਰਹੀ ਉਹ ਇੱਕ ਅੱਡ ਕਿਸਮ ਬਣਾਤੀ ਇਹੋ ਜਿਹਾ ਕੋਈ ਆਪਣੇ ਕਿਸਮਾਂ 'ਚ ਨਹੀਂ ਆਉਣਾ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਸੋਚ ਕੇ ਦੇਖੋ ਵੀ ਆਪਣੀ ਜ਼ਮੀਨ ਆਪਣੀ ਮਾਂ ਆਪਾਂ ਆਪਣੀ ਮਾਂ ਨਾਲ ਰੇਟ ਲਵਾਉਣਾ ਠੀਕ ਹੈ ਇੱਥੇ ਇੱਕ ਪੁਆਇੰਟ ਆਇਆ ਸੀ ਕੁਝ ਕਵੀਆਂ ਨੂੰ ਇਹ ਲੱਗਦਾ ਵੀ ਆਪਾਂ ਸੰਘਰਸ਼ ਵਿੱਚ ਕਾਮਯਾਬ ਨਹੀਂ ਹੋਵਾਂਗੇ ਸੜਕ ਬਣ ਜੂਗੀ ਬਣ ਲੈਣ ਦਿਓ ਕਿਸੇ ਵੀ ਲੜਾਈ ਦਾ ਪਤਾ ਨਹੀਂ ਹੁੰਦਾ ਰਿਜ਼ਲਟ ਕੀ ਹੈ ਪਰ ਸੜਕ ਬਣੇ ਤਾਂ ਤੁਹਾਡੀ ਇੱਛਾ ਮੁਤਾਬਕ ਨਾ ਇਹ ਥੋੜਾ ਹੋ ਜਾਊਗਾ ਵੀ ਸੜਕ ਉਹਨਾਂ ਨੇ ਬਣਾਉਣੀ ਹੈ ਜ਼ਮੀਨ ਤੁਹਾਡੀ ਉਹਨਾਂ ਦੀ ਮਰਜ਼ੀ ਨਾਲ ਬਣ ਜੂਗੀ ਮੇਰਾ ਏਜੰਡਾ ਰੱਖਣ ਦਾ ਤਾਂ ਸਿਰਫ ਇਹ ਮਕਸਦ ਹੈ ਵੀ ਆਪਾਂ ਨੇ ਅੱਜ ਇਹ ਡਿਸਾਈਡ ਕਰਨਾ ਹੈ ਵੀ ਆਪਾਂ ਨੇ ਜ਼ਮੀਨ ਦੇਣੀ ਹੈ ਜਾਂ ਨਹੀਂ ਦੇਣੀ ਕਿਉਂਕਿ ਫੇਰ ਇਹ ਲੜਾਈ ਲੜਨ ਦਾ ਫਾਇਦਾ ਜਦੋਂ ਆਪਣੇ ਵਿਚਾਰਕ ਸਾਂਝਾ ਇਕੱਠੀਆਂ ਹੋਣਗੀਆਂ ਇਹ ਨਾ ਹੋਵੇ ਵੀ ਅਸੀਂ ਗੱਲ ਕੁਝ ਹੋਰ ਕਹਿ ਦਈਏ ਵਿੱਚੋਂ ਗੱਲ ਨਿਕਲ ਕੁਝ ਹੋਰ ਆਵੇ ਅਸੀਂ ਵੀ ਜੇ ਜ਼ਮੀਨ ਦੇਣ ਵਾਲੀ ਮੈਜੋਰਟੀ ਹੋਈ ਤਾਂ ਅਸੀਂ ਤੁਹਾਡੇ ਨਾਲ ਹੋ ਜਾਵਾਂਗੇ ਲੜਾਈ ਤਾਂ ਸਾਂਝੀ ਕਰੀਏ ਨਾ ਮਤਲਬ ਤੁਹਾਡਾ ਕੀ ਵਿਚਾਰ ਹੈ ਜੀ ਮਾੜਾ ਕੋਈ ਮੈਨੂੰ ਪਤਾ ਤਾਂ ਲੱਗੇ ਨਾ ਰਿਸਪੌਂਸ ਤਾਂ ਆਵੇਗਾ ਜੀ ਕੀ ਸੋਚ ਹੈ ਇਸ ਲਈ ਬਾਈ ਬਣ ਕੇ ਇਹ ਤੋਂ ਬਾਅਦ ਆਪਾਂ ਸਾਰੇ ਪੁਆਇੰਟ ਡਿਸਕਸ ਕਰਾਂਗੇ ਜਦੋਂ ਆਪਣੇ ਨਾਲ ਟੇਬਲ ਤੇ ਬੈਠਣਗੇ ਨਾ ਹਜੇ ਤਾਂ ਆਪਣੀ ਲੜਾਈ ਐਡੀ ਵੱਡੀ ਲੜਾਈ ਚੱਲ ਰਹੀ ਹੈ ਆਪਾਂ ਉਹਨੂੰ ਛੱਡ ਕੇ ਰੇਟਾਂ ਕੰਨੀ ਨੂੰ ਭੱਜ ਰਹੇ ਠੀਕ ਆ ਆਪਾਂ ਪਹਿਲਾਂ ਸੀ ਮੈਂ ਵੀ ਤੁਹਾਡੇ ਨਾਲ ਹੀ ਸ਼ਾਮਲ ਆ ਜਿਹਨੂੰ ਐਂ ਭੁਲੇਖਾ ਸੀ ਮੇਰੇ ਆਪਣੇ 4 ਕਿੱਲੇ ਆ ਰਹੇ ਨੇ ਵੀ 2-4 ਕਰੋੜ ਰੁਪਇਆ ਇੱਕ ਕਿੱਲੇ ਦਾ ਮਿਲੂਗਾ 8-10 ਕਰੋੜ ਰੁਪਇਆ ਆ ਗਿਆ ਆਪਾਂ ਸੈੱਟ 8-10 ਕਰੋੜ ਦੀ ਕੀ ਲਵਾਂਗੇ ਆਪਾਂ ਜ਼ਮੀਨ ਹੀ ਲਵਾਂਗੇ ਨਾ ਉਹੀ ਜ਼ਮੀਨ ਕਿਹਨੇ ਆਪਣਾ ਰੇਟ ਡਿਸਾਈਡ ਕਰਨਾ ਫਿਰ ਉਹੀ ਐਸਡੀਐਮ ਉਹੀ ਡੀਸੀ ਜਿਹੜਾ ਕਈ ਆਪਣੇ ਭਰਾਵਾਂ ਨੂੰ ਭੁਲੇਖਾ ਨਾ 2013 ਦਾ ਜਿਹੜਾ ਐਕਟ ਬਣਿਆ ਨਾ ਉਹ ਯੂਪੀ ਦੇ ਵਿੱਚ ਇੱਕ ਭੱਠਾ 500 ਜਗ੍ਹਾ ਉੱਥੇ ਕਿਸਾਨਾਂ ਨੇ ਵਿਰੋਧ ਕਰਿਆ ਸੀ ਯਾਦ ਹੋ ਤੁਹਾਨੂੰ ਸਾਰਿਆਂ ਨੂੰ ਉੱਥੇ 8 ਤੋਂ 10 ਕਿਸਾਨ ਵੀ ਮਰੇ ਸੀ ਉਸ ਤੋਂ ਬਾਅਦ ਐਕਟ ਚੇਂਜ ਹੋਇਆ ਆਪਾਂ ਤਾਂ ਪੰਜਾਬ ਵਾਲਿਆਂ ਨੇ ਕੱਲ੍ਹ ਪਰਸੋਂ ਐਗਜ਼ਾਮਪਲ ਸੈੱਟ ਕਰਤੀ ਵੀ ਆਪਾਂ ਕਿਸੇ ਚੀਜ਼ ਤੋਂ ਡਰਦੇ ਨਹੀਂ ਫਿਰ ਆਪਾਂ ਡਰ ਕੇ ਕਹਿ ਰਹੇ ਕੁਛ ਆਪਣੇ ਵੀ ਬੰਦੇ ਬਿਆਨ ਦੇ ਰਹੇ ਨੇ ਵੀ ਇਹ ਤਾਂ ਲੀਗ ਪਾਸ ਹੋ ਗਈ ਇਹਨੂੰ ਕਿਹੜਾ ਰੋਕ ਲੂ ਫਿਰ ਇਹ ਰੋਕਣਾ ਕੀ ਹੈ ਕਿਤੇ ਬਾਹਰ ਜਾ ਕੇ ਲੜਨ ਦੀ ਲੋੜ ਨਹੀਂ ਪਹਿਲਾਂ ਤਾਂ ਆਪਾਂ ਦਿੱਲੀ ਲੜ ਰਹੇ ਹਾਂ ਨਾ ਆਪਦੇ ਕਿੱਲੇ 'ਚ ਨਹੀਂ ਆਪਾਂ ਰੋਕ ਸਕਦੇ ਗਲੌਲੀਆ ਦੇ ਸਰਪੰਚ ਸਾਹਿਬ ਜਾਂ ਜੋ ਵੀ ਮੈਂਬਰ ਸਾਹਿਬ ਜੋ ਸੀ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਜਿਹੜੇ ਬੰਦੇ ਦਾ ਪਹਿਲਾ ਕਿੱਲਾ ਆ ਰਿਹਾ ਉਹ ਪੁੱਛ ਰਹੇ ਵੀ ਜਿਵੇਂ ਤੁਸੀਂ ਕਹੋਗੇ ਮੈਂ ਖੜਨ ਨੂੰ ਤਿਆਰ ਹਾਂ ਜਿਹੜੇ ਆਪਾਂ 2-2 4-4 ਕਿਲੋਮੀਟਰ ਪਿੱਛੇ ਬੈਠੇ ਆਪਾਂ ਉਹਦੇ ਮਨਾਂ 'ਚ ਕਰੀ ਲੜੇ ਵੀ ਸਰਕਾਰ ਨੇ ਸੜਕ ਪਾਸ ਕਰਤੀ ਇਹਦਾ ਹੁਣ ਕੁਝ ਨਹੀਂ ਹੁੰਦਾ 3D ਨੋਟੀਫਿਕੇਸ਼ਨਾਂ ਕਾਗਜ਼ਾਂ ਦੇ ਨੇ ਜ਼ਮੀਨ ਤੇ ਨਹੀਂ ਕੁਝ ਵੀ ਹੈਗਾ ਉੱਥੇ ਤਾਂ ਕਣਕ ਬੀਜੀ ਹੋਈ ਆਪਣੀ ਉਹ ਦੇਖੋ ਵੀ ਜੇ ਆਪਣੇ ਦਮ ਹੈ ਤਾਂ ਕਣਕ ਵੀ ਵੱਢਾਂਗੇ ਜੀਰੀ ਵੀ ਲਾਵਾਂਗੇ ਜੇ ਅੱਜ ਆਪਾਂ ਸਾਰੇ ਕਿਸਾਨ ਇਕੱਠੇ ਹੋ ਕੇ ਖੜੇ ਆ ਤਾਂ ਆਪਣਾ ਕੁਝ ਬਣ ਜਾਊਗਾ ਨਹੀਂ ਐਤਕੀ ਜ਼ਮੀਨ ਆ ਗਈ
5 ਸਾਲਾਂ ਨੂੰ ਤੁਹਾਡੇ पिंड च आ जाऊगा जी इत्थे एक गोदाम बन रहा है, जिन्हां दी जमीन आ रही है वो लड़ो, जिन्हां दी नहीं आ रही वो साइड ते करो। ये आपां नूं डिवाइड कर रहे हैं, डिवाइड ते रूल की पॉलिसी है। एडी की गाली है, दिल्ली नूं 4-5 सड़कां जा रही ने, 12-12 फुट के टोए पट्टदे अपने जिमीदार भरावां वास्ते, जिहड़ियां ने अपने सड़कां विच दी राह बना के दित्ता वो भी अपने वर्गी ने। आपां खड़न दा तां दम रखो, लत्तां जिन्हां दा बाई वजन लैके आउणा पਊਗਾ। ਜਦੋਂ ਆਪਣਾ ਮਸਲੇ ਹੱਲ ਹੋਣਗੇ ਉਦੋਂ ਬਹਿ ਕੇ ਕਰ ਲਾਂਗੇ। ਜਿਹੜੇ ਹੁਣ ਆਪਣੇ ਬੰਦੇ ਦਿੱਲੀ ਸੰਘਰਸ਼ ਕਰਨ ਗਏ ਨੇ ਉਹ ਕਿਹੜਾ ਇਹ ਆ ਵੀ ਲੜਨਗੇ? ਜਦੋਂ ਆਪਣੀਆਂ ਸ਼ਰਤਾਂ ਤੇ ਗੱਲ ਆਊਗੀ ਕਰ ਲਾਂਗੇ ਗੱਲ, ਪਰ ਇਹ ਤਾਂ ਨਹੀਂ ਹੈਗਾ ਵੀ ਆਪਾਂ ਉਹਨਾਂ ਦੀ ਸ਼ਰਤਾਂ ਤੇ ਉਹਨਾਂ ਕੋਲ ਗੱਲ ਕਰਨ ਜਾਈਏ। ਤੁਸੀਂ ਇਹ ਗੱਲ ਦਾ ਮੁੱਦੇ ਨੂੰ ਕਿਉਂ ਨਹੀਂ ਸੋਚ ਵਿਚਾਰ ਕਰ ਰਹੇ? ਪਹਿਲਾਂ ਇਹ ਗੱਲ ਡਿਸਾਈਡ ਕਰੋ ਭਰਾਵੋ ਵੀ ਆਪਾਂ ਆਪਣੀ ਜ਼ਮੀਨ ਨਾਲ ਖੜਨਾ ਹੈ ਜਾਂ ਪੈਸੇ ਨਾਲ ਖੜਨਾ ਹੈ। पैसा तो तुम मैं जमीन पंजाबी में दस के जाना कि जे आप नहीं भी जावांगे ना, अज तो बाद तुसीं SDM दफ्तर जाना बंद कर दो। जिन्ने पैसे उन्होंने देने ने ना वो थोड़े खाते आ जाएंगे। ये गल नूं दिमाग दे विच पा के चलो। जे आप इस गल की अड़े खड़े रह गए भी यार ये तो विकास होना है, ये वो होना है, विकास जिन्ना कि देश का हो रहा उन्ना कि कॉरपोरेट घराणियां का भी हो रहा। किसी को ये पता कि सड़क के टोल टैक्स कितने लगने ने? तुसीं ये सारे जने डिसाइड करके देख लो कि तुहाने कितनी बारी कटड़ा जाना आपकी सारी रहिंदी उम्र च, कितनी बारी दिल्ली जाना। जिद्दे तुसीं इकट्ठे दिल्ली होके जाओगे उन्हें तुहानूं जान देणगे या नहीं जान देणगे? थोड़ा जिहा इस गल ते विचार करो। जे हुण आपां कहिए भी पहलां असीं सड़कां लई लड़न वाले जट होर आ, MSP लई लड़न वाले जट होर आ, पहियां लई लड़न वाले जट होर आ, फिर तां आपां वंडी रह जांगे। आपां किसान बनो, किसान दी मां जमीन है। समझ के देखो, मेरे अपने माता पिता दोनों गुजर गए पर जमीन मेरी माँ हैगी है ना, मैं रोटी खा रहा। समझो गल। जे अज आप किसी को 2-3 किले भरा को होने मान लो वो तीन ही सड़ जमीन च आ गए, जिहड़े हिसाब नाल रेट दे रहे हैं वो जमीन नहीं लै सकता। उन्हें कोई भुक्की नहीं खाधी, उन्हें कोई नशा नहीं कराया, उन्हें कोई जुआ नहीं खेडिया, पर वो अपनी जमीन तो हद धोए बैठा। क्यों बई? उसकी की गलती है? किसी के खेत में पही जा रही है, जमीन सरकार ने कढ़नी, वो खेत का राह बंद हो गया, उसकी की गलती है? थोड़ा जिहा भरावो ये सोचो। असीं संगरूर तो 3 जने आए हैं, असीं आउंदे होए यही राय करके आए हैं भी असीं संगरूर दे विच ये अभियान चलाउणा भी आपां ने जमीन नहीं देनी। अगे हुण तुसीं डिसाइड करो भी आपां करना की है। गल जे तां एक जी वाला, जे तां आपां सारे सहमत हां तां आपां ये लड़ाई लड़ांगे, नहीं तो ठीक है जो जिवें होना वो तो हो ही रहा। ये भुलेखे चो कढ़ दो भी जिहड़ा अज तो पहला आपने कोई भी लड़ाई लड़ी है। मैं 4 बार निजी तौर पर SDM साहब को मिलिया है, पंजाबी च गल समझा देते हैं भी असीं कुछ नहीं करते। आ भाई जी साडे चेयरमैन साहब ये दिल पे जाके आए हैं, इन्होंने अपने लैवल पर हर जोर ला लिया। असीं DC नाल 5 SDM सी, 5 बंदे असीं सी, सारे सबूतां नाल जाके आए हैं, कोई सुनवाई नहीं। 1.5 करोड़ रुपया रेट पाया हुआ सरकार ने लोगों के खाते में पैसे दिते हुए हैं। एक तो बड़ा सबूत हो की है थोनू काम ला रहे हैं रजिस्ट्रियां लभो, तुसीं क्यों रजिस्ट्रियां लभोगे? क्लर्कां नूं तनख्वाह सरकार दे रही है, जिहड़ी रजिस्ट्री तुसीं कराउने हो एक तुसीं घरे लैके आउने ना, एक उन्हां दे रिकार्ड च पई है, वो आने क्लर्क नूं कह देण। माड़ा जिहा इस गल्लां नूं सोचो। आपां नूं शुरू तो ही ये वंडदे आ रहे हैं, हुण भी वंडण दी वो पॉलिसी है। जिहड़ी ये सड़क है ये आपां नूं वंडण वास्ते ही बनी। ये बाई जी प्रोजेक्ट 6 महीने साल 2 साल लेट हो जू। वकील साहब बैठे ने, वो मैनूं कह रहे थे भी गल नूं सीधा करो। गल तो ये सीधी गल बिल्कुल पंजाबी च सीधी गल है भी ये सड़क ने जो बनना होगा बन जूगी। तुसीं अपने आप च खड़ जाओ। अपने बंदे दिल्ली लड़ रहे हैं लड़ाई, आपां उन्हां नाल नहीं खड़ रहे। आपां अपने 20 लाख 40 लाख 1 करोड़ का रौला पिया पिया। ये तो मिले जाना, ये सड़क बनूगी तो मिले जाना। रौला तो यह है भी जो न्यूज़ जाऊगी ना भी जो पंजाब के जट बैठे ने, किसान बैठे ने, वो थोड़े हत्थां नाल खड़े ने, वो दिल्ली लड़ रहे हैं, आप उरे लड़ो कि आप थोड़े नाल सहमत हाँ। जब यह मुद्दा सॉल्व हो जू ये भी हो जूगा। पहला किहड़ा मुद्दे सॉल्व नहीं होए है। जे हुण आप एक प्रोपोगंडा बना लिया, इन्होंने 3A 3D जो मर्जी अपने खाते में पैसे पा दे, आप डीलर को फिरी जावांगे, मैनूं उत्थे किला दवा दे, मैनूं उत्थे दवा दे, अपना तो संघर्ष ही कमजोर हो गया। कोई गल नहीं, साल बथेरी दिल्ली में जान सड़क है बन जाए उतों की। आपने किहड़ा उत्थे अंब बेचण जाना भी आपको दिल्ली कटड़ा एक्सप्रैस वे की लोड़ है? कोई आपको कोई लोड़ हैगी है नहीं। आपको ये सड़क की कोई एड्डी वड्डी लोड़ नहीं हैगी। जिन्होंने लोड़ हैगी है वो कॉरपोरेट घराने ने,
ਉਹ ਅਡਾਨੀ ਅੰਬਾਨੀ ਨੇ। ਤੁਸੀਂ ਆਪਦੇ ਡੀਸੀ ਨੂੰ ਐਸਡੀਐਮ ਨੂੰ ਇਹ ਸਵਾਲ ਤਾਂ ਪੁੱਛੋ ਕਿ ਇਹ ਜਿਹੜੀ ਸੜਕ ਹੈ ਇਹ ਸਰਕਾਰ ਬਣਾ ਰਹੀ ਹੈ ਜਾਂ ਕੋਈ ਬੰਦਾ ਬਣਾ ਰਿਹਾ? ਇਹ ਕਾਰਪੋਰੇਟ ਘਰਾਣੇ ਬਣਾ ਰਹੇ ਨੇ। ਪਹਿਲਾਂ ਹੁੰਦਾ ਸੀ ਜਿਹੜੀ ਸੜਕ ਲਈ ਜ਼ਮੀਨ ਹੈ ਨਾ ਸਰਕਾਰ ਐਕਵਾਇਰ ਕਰਦੀ ਸੀ, ਉਹ ਐਸਡੀਐਮ ਡੀਸੀ ਹੱਥ ਖੋਲ ਕੇ ਰੱਖਦੇ ਸੀ ਵੀ ਯਾਰ ਕਿਸਾਨਾਂ ਨੂੰ ਵੰਡ ਦਿਓ, ਕੋਈ ਚੱਕਰ ਨਹੀਂ। ਹੁਣ ਕਾਰਪੋਰੇਟ ਘਰਾਣਿਆਂ ਨੇ ਸੈਟਿੰਗਾਂ ਕਰਨੀਆਂ। ਇੱਕ ਬਲਾਕ ਦੇ ਵਿੱਚ ਜੇ 500 ਕਰੋੜ ਦਾ ਪ੍ਰੋਜੈਕਟ ਹੈ, ਉਹ ਸੈਟਿੰਗ ਕਰਕੇ ਕਹਿੰਦੇ ਨੇ ਵੀ ਸਾਨੂੰ 150 ਕਰੋੜ ਦੀ ਤੁਸੀਂ ਆ ਜ਼ਮੀਨ ਦਵਾਓ, ਜਿਹੜਾ 350 ਕਰੋੜ ਬਚ ਗਿਆ ਉਹ ਆਪਾਂ ਵੰਡ ਲਾਂਗੇ। ਉਹ ਆਪਾਂ ਨੂੰ ਨਹੀਂ ਵੰਡਣਾ ਹੈਗਾ, ਉਹ 5-7 ਬੰਦੇ ਨੇ ਕਰੀਮ ਖਾਣੀ ਹੈ। ਇਹ ਹੁਣ ਆਪਾਂ ਦੇਖੋ ਵੀ ਆਪਾਂ ਨੇ ਕਰੀਮ ਖਾਣੀ ਹੈ ਜਾਂ ਆਪਾਂ ਨੇ ਜਿਹੜੀ ਬਾਅਦ ਚੋਂ ਉੱਪਰੋਂ ਕਰੀਮ ਲਾ ਕੇ ਬੋਤਲ ਜਾਂ ਦੁੱਧ ਹੁੰਦਾ ਆਪਾਂ ਨੇ ਉਹ ਲੈਣਾ। ਸੜਕ ਬਣ ਜਾਊਗੀ, ਕੋਈ ਕਾਹਲੀ ਨਹੀਂ ਹੈਗੀ। ਸਾਲ ਦੇ ਲੇਟ ਬੁਰਜੀਆਂ ਲੱਗ ਜਾਂਦੀਆਂ, ਫਿਰ ਆਪਾਂ ਨੂੰ ਕੀ ਫਰਕ ਪੈ ਲੱਗੇ। ਥੋੜਾ ਜਿਹਾ ਇਸ ਮੁੱਦੇ ਤੇ ਵਿਚਾਰ ਕਰੋ ਵੀ ਆਪਾਂ ਆਪਣੇ ਕਿਸਾਨਾਂ ਲਈ, ਆਪਣੇ ਹੱਕਾਂ ਲਈ, ਉਹ ਕੋਈ ਬਗਾਨੇ ਕਿਸਾਨ ਨਹੀਂ, ਉਹ ਲੜਾਈ ਵੀ ਆਪਣੀ ਹੈ। ਜੇ ਤਾਂ ਆਪਣੀਆਂ ਲੱਤਾਂ ਵਜਨ ਝੱਲਦੀਆਂ ਨੇ ਤਾਂ ਆਪਾਂ ਨੂੰ ਇਸ ਸੰਘਰਸ਼ ਨੂੰ ਅੱਗੇ ਤੋਰਨ ਦਾ ਫਾਇਦਾ ਹੈ। ਨਹੀਂ, ਮੈਂ ਜੋ ਮੇਰਾ ਉਹਦਾ ਤਜਰਬਾ ਹੈ ਪਿਛਲੇ 5-7 ਦਿਨਾਂ ਦਾ, ਉਹ ਤਾਂ ਸਿਰਫ ਇਹੀ ਕਹਿੰਦਾ ਵੀ 2 ਵਾਰ ਜਾਇਓ। ਚੇਅਰਮੈਨ ਸਾਹਿਬ ਵੀ ਜਾ ਕੇ ਆਏ ਨੇ, ਤੁਸੀਂ ਵੀ ਜਾ ਕੇ ਆਏ, ਤੁਹਾਡੇ ਵੀ ਪਿੰਡ ਲੈਵਲ ਤੇ ਸਰਪੰਚ ਗਏ ਨੇ। ਉਹ ਸਿਰਫ ਇਹ ਹੈ ਵੀ ਕੱਲ੍ਹ ਨੂੰ ਜਦੋਂ 2022 'ਚ ਵੋਟਾਂ ਹੋਈਆਂ ਨੇ ਨਾ, ਉਹਨਾਂ ਨੇ ਆਪਾਂ ਨੂੰ ਇਹ ਕਹਿਣਾ ਵੀ ਯਾਰ ਮੈਂ ਤੁਹਾਡੇ ਲਈ ਜ਼ੋਰ ਦਾ ਮਾਰਿਆ ਸੀ, ਕਾਨੂੰਨ ਨੇ ਬੰਨ ਲਿਆ। ਤੁਸੀਂ ਇਹ ਦੱਸੋ ਵੀ 2013 ਤੋਂ ਬਾਅਦ ਕੋਈ ਕਾਨੂੰਨ ਚੇਂਜ ਹੋਇਆ? ਕੋਈ ਕਾਨੂੰਨ ਨਹੀਂ ਚੇਂਜ ਹੋਇਆ। ਹੁਣ ਤੁਹਾਡੇ ਇੱਥੇ ਆਪਣਾ ਆਲੋਵਾਲ ਪਿੰਡ ਆਈ, ਆਲੋਵਾਲ ਇਹ ਜਿੱਥੋਂ ਦੀ ਜ਼ਮੀਨ ਐਕਵਾਇਰ ਕਰ ਰਹੇ ਨੇ, ਉੱਥੇ ਐਗਰੀਕਲਚਰ ਦਾ ਰੇਟ ਇਹਨਾਂ ਨੇ 50 ਲੱਖ ਰੁਪਇਆ ਪਾ ਰੱਖਿਆ। ਉਹ ਕਿਵੇਂ ਪੈ ਗਏ? ਉੱਥੇ ਕੀ ਕਲੈਕਟਰ ਰੇਟ 50 ਲੱਖ ਸੀ? ਮੇਰੇ ਕੋਲ ਉਹਦੀ ਫੋਟੋ ਕਾਪੀਆਂ ਪਈਆਂ ਨੇ, ਫੋਨ 'ਚ ਫੋਟੋਆਂ ਪਈਆਂ ਨੇ। ਇਹ ਤਾਂ ਸਿਰਫ ਆਪਾਂ ਨੂੰ ਡਿਵਾਈਡ ਕਰ ਰਹੇ ਨੇ। ਆਪਾਂ ਉਹਨੇ ਆਪਣੇ ਕੀ ਵਿਚਾਰ ਰੱਖੀਆਂ ਨੇ ਜੀ, ਆਪਾਂ ਇਹ ਕਰ ਲਾਂਗੇ, ਆਪਾਂ ਇਹ ਕਰ ਲਾਂਗੇ, ਆਪਾਂ ਇਹ ਕਰ ਲਾਂਗੇ। ਪਹਿਲਾਂ ਆਪਾਂ ਇੱਕ ਜੇ ਇਹੀ ਸੁਨੇਹਾ ਪਹੁੰਚਾ ਦਈਏ ਵੀ ਕੋਈ ਗੱਲ ਨਹੀਂ ਜੀ, ਸਾਡਾ ਦਿੱਲੀ ਨਾਲ ਟਕਰਾਅ ਚੱਲ ਰਿਹਾ। ਪੰਜਾਬ ਸਰਕਾਰ ਤਾਂ ਕਹਿੰਦੀ ਹੈ ਨਾ ਵੀ ਉਹ ਕਿਸਾਨਾਂ ਨਾਲ ਖੜੀ ਹੈ। ਪੰਜਾਬ ਸਰਕਾਰ ਜੇ ਕਿਸਾਨਾਂ ਨਾਲ ਖੜੀ ਹੈ ਤਾਂ ਉਹ ਪ੍ਰੋਜੈਕਟ ਨੂੰ ਡਿਲੇ ਕਰਦੇ 1.5 ਸਾਲ ਲਈ। ਜਿੰਨਾ ਚਿਰ ਸਾਡਾ ਦਿੱਲੀ ਨਾਲ ਮਸਲਾ ਨਹੀਂ ਨਿਪਟਦਾ, ਸਾਨੂੰ ਦਿੱਲੀ ਨੂੰ ਜਾਣ ਨੂੰ ਕੋਈ ਰਾਹ ਨਹੀਂ ਚਾਹੀਦਾ। ਮੈਂ ਤਾਂ ਇਹ ਏਜੰਡਾ ਇਸ ਮੀਟਿੰਗ ਦਾ ਲਾ ਕੇ ਜਾ ਰਿਹਾ। ਬਾਕੀ ਭਰਾਵੋ, ਜਿਹਨੇ ਜੋ ਵੀ ਦਲੀਲ ਦੇਣੀ ਹੈ, ਸਭ ਲਈ ਖੁੱਲ੍ਹਾ ਦਰਵਾਜ਼ਾ, ਆਪਦੀਆਂ ਦਲੀਲਾਂ ਰੱਖੋ। ਜ਼ਰੂਰੀ ਨਹੀਂ ਵੀ ਜੋ ਮੇਰੀ ਸੋਚ ਹੈ ਸਹੀ ਹੋਵੇ, ਪਰ ਇਸ ਮੁੱਦੇ ਤੇ ਸੋਚੋ। ਦਿੱਲੀ ਨੂੰ ਤਾਂ ਸੜਕ ਜਦ ਮਰਜ਼ੀ ਬਣਵਾ ਲਓ, ਉਹ ਤਾਂ ਕਾਲੇ ਨੇ ਸੜਕ ਬਣਾਉਣ ਨੂੰ। ਪਰ ਪੰਗਾ ਤਾਂ ਇਹ ਹੈ ਵੀ ਆਪਾਂ ਕਿਉਂ ਕਾਲੇ ਆ। ਸੋ ਧੰਨਵਾਦ ਭਰਾਵੋ, ਜੇ ਮੇਰੀ ਗੱਲ ਤੇ ਵਿਚਾਰ ਕਰੋਗੇ, ਥੋੜਾ ਜਿਹਾ ਇਸ ਵਿਸ਼ੇ ਤੇ ਸੋਚੋ ਤੇ ਆਪਣੀਆਂ ਦਲੀਲਾਂ ਦਿਓ। ਉਸ ਤੋਂ ਬਾਅਦ ਆਪਾਂ ਰਿਜ਼ਲਟ ਕੱਢਦੇ ਆ। ਫੈਸਲਾ ਉਹ ਹੋਊਗਾ ਜਿਹੜਾ ਸਾਰਿਆਂ ਨੂੰ ਪ੍ਰਵਾਨਿਤ ਹੋਊਗਾ, ਜੋ ਵੀ ਫੈਸਲਾ ਹੋਊਗਾ। ਪਰ ਗੱਲ ਇਹ ਹੈ ਵੀ ਇਸ ਫੈਸਲੇ ਨੂੰ ਉਸ ਹਿਸਾਬ ਨਾਲ ਲਿਓ ਵੀ ਆਪਾਂ ਆਪਣੇ ਸੰਘਰਸ਼ ਨੂੰ ਤੇਜ਼ ਕਰ ਸਕੀਏ, ਤਿੱਖਾ ਕਰ ਸਕੀਏ। ਨਾ ਕਿ ਆਪਣੇ ਬੰਦਿਆਂ ਕੋਲ ਇਹ ਸੁਨੇਹਾ ਪਹੁੰਚੇ ਵੀ ਯਾਰ ਤੁਹਾਡੇ ਪਿਛਲੇ ਬੰਦੇ ਤਾਂ ਸਾਡੇ ਨਾਲ ਸੈਟਿੰਗਾਂ ਕਰਨ ਨੂੰ ਤਿਆਰ ਨੇ, ਤੁਸੀਂ ਸਾਡੇ ਨਾਲ ਖਾਮ-ਖਾਂ ਲੜ ਰਹੇ ਹੋ। ਉੱਥੇ ਆਪਣੇ ਧਰਨਿਆਂ ਦੇ ਵਿੱਚ ਇਹ ਹੁੰਦਾ ਸੀ ਕਿ ਅਸੀਂ ਕਾਰਪੋਰੇਟ ਘਰਾਣੇ ਨੂੰ ਜ਼ਮੀਨ ਨਹੀਂ ਦੇਣੀ। ਇੱਥੇ ਆਪਾਂ ਰੇਟ ਲਗਾਉਣ ਜਾ ਰਹੇ ਹਾਂ ਕਿ ਬਾਈ ਜੀ 80 ਲੱਖ ਦਵਾਉਣੇ ਹੋ ਜਾਂ 1 ਕਰੋੜ ਦਵਾਉਣੇ ਹੋ। ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਆਪਾਂ ਕਾਰਪੋਰੇਟ ਘਰਾਣੇ ਦੇ ਝਾਂਸੇ ਜਾ ਰਹੇ। ਯਾਰ ਘੰਟਾ ਰੱਖੋ ਖੜਨ ਦਾ। ਇੱਥੇ 2-4 ਲੱਖ ਬੰਦਾ ਦਿੱਲੀ 'ਚ ਗਿਆ ਆਪਣੇ ਪਿੱਛੇ, ਉਹਨਾਂ ਨੇ ਆਉਣ ਦਾ ਤਾਂ ਇੰਤਜ਼ਾਰ ਕਰ ਲਓ ਵੀ ਉਹ ਹਾਰ ਕੇ ਆਉਂਦੇ ਨੇ, ਜਿੱਤ ਕੇ ਆਉਂਦੇ ਨੇ, ਲੈ ਲਾਂਗੇ ਜਿਹੜਾ ਵੀ ਦੇਣਗੇ, ਬੈਠ ਕੇ ਕਰ ਲਾਂਗੇ ਗੱਲ। ਘੱਟੋ ਘੱਟ ਉਹ ਬੰਦੇ ਨੂੰ ਐਸਾ ਅਹਿਸਾਸ ਹੋਊਗਾ ਵੀ ਜਿਹੜੇ ਪਿੱਛੇ ਬੈਠੇ ਨੇ ਉਹ ਸਾਡੇ ਨਾਲ ਨੇ, ਸਹਿਮਤ ਨੇ। ਬਥੇਰੇ ਭਰਾ ਉਹ ਕਹਿ ਰਹੇ ਨੇ ਵੀ ਇਹ ਪ੍ਰੋਜੈਕਟ ਰੁਕ ਨਹੀਂ ਆਉਂਦੇ ਜੀ। ਕੋਈ ਪ੍ਰੋਜੈਕਟ ਦਾ ਸਪੈਲਿੰਗ ਨਹੀਂ, ਪ੍ਰੋਜੈਕਟ ਬਣਾਉਣੇ ਕਿਹਨਾਂ ਨੇ? ਬੰਦਿਆਂ ਨੇ। ਬਣਨੇ ਕਿੱਥੇ ਨੇ? ਆਪਣੇ ਖੇਤਾਂ 'ਚ ਬਣਨੇ ਨੇ। ਜੇ ਆਪਣੇ ਦਮ ਹੈ ਤਾਂ ਉਹ ਰੁਕ ਵੀ ਜਾਣਗੇ, ਲੇਟ ਵੀ ਹੋ ਜਾਣਗੇ, ਆਪਣੇ ਅਨੁਸਾਰ ਬਣ ਵੀ ਜਾਣਗੇ। ਸੋ ਸਾਰੇ ਇਸ ਮੁੱਦੇ ਨੂੰ ਧਿਆਨ 'ਚ ਰੱਖੋ ਵੀ ਪਹਿਲਾਂ ਆਪਾਂ ਇਹ ਡਿਸਾਈਡ ਕਰੀਏ ਕਿ ਆਪਾਂ ਨੇ ਜ਼ਮੀਨ ਬਾਰੇ ਸੋਚਣਾ ਹੈ, ਪੈਸੇ ਬਾਰੇ ਸੋਚਣਾ ਹੈ। ਆਪਾਂ ਨੇ ਆਪਦੇ ਹੱਕਾਂ ਲਈ ਲੜਨਾ ਹੈ ਜਾਂ ਪੈਸੇ ਲਈ ਲੜਨਾ ਹੈ। ਲੜਾਈ ਤਾਂ 2 ਪਾਸੇ ਨਹੀਂ ਚੱਲਦਾ ਜੀ, ਇੱਕ ਪਾਸੇ ਚੱਲੂ। ਜਾਂ ਤਾਂ ਆਪਣੀ ਜ਼ਮੀਨ ਦੀ ਲੜਾਈ ਹੋ ਜਾਂ ਪੈਸੇ ਦੀ ਲੜਾਈ ਹੋ। ਜੇ ਪੈਸੇ ਦੀ ਲੜਾਈ ਹੋਊਗੀ ਤਾਂ ਉਹ ਆਪਾਂ ਨੂੰ ਪੁੱਛਣਗੇ ਬੋਲੋ ਤੁਹਾਨੂੰ 40 ਚਾਹੀਦਾ, 40 ਨਹੀਂ ਲੈਣਾ 45 ਚਾਹੀਦਾ। ਕਿਉਂ ਬਈ? ਕਾਹਦੇ ਵਾਸਤੇ? ਉਹ ਕੌਣ ਨੇ ਆਪਣੀ ਜ਼ਮੀਨ ਦਾ ਰੇਟ ਲਾਉਣ ਵਾਲੇ? ਤੁਸੀਂ ਕਦੇ ਰਿਲਾਇੰਸ ਦੇ ਮਾਲ 'ਚ ਜਾ ਕੇ ਪੁੱਛੇ ਵੀ ਤੁਹਾਨੂੰ ਕੀ ਚਾਹੀਦਾ? ਉੱਥੇ ਸਟicker ਲੱਗਿਆ ਹੋਇਆ ਹੁੰਦਾ ਵੀ ਜਿਹੜੀ ਪ੍ਰਾਈਸ ਆ ਉਹ ਫਿਕਸ ਆ। ਸਾਰੇ ਆਪਾਂ ਸ਼ੋਰੂਮਾਂ 'ਚ ਵੀ ਜਾਂਦੇ ਆ, ਹਰ ਕਿਤੇ ਜਾਂਦੇ ਆ, ਉੱਥੇ ਕਿਸੇ ਨੇ ਕਿਹਾ 999 ਦੀ ਚੀਜ਼ ਹੈ ਨਾ ਤਾਂ ਉਹ 1000 ਰੁਪਇਆ ਲੈ ਲੈਂਦੇ ਨੇ, 1 ਰੁਪਇਆ ਮੋੜਦੇ ਨਹੀਂ।
ਇੱਥੇ ਤੁਸੀਂ ਕਹੀ ਜਾਂਦੇ ਹੋ ਵੀ ਇੱਥੇ 80 ਦੇਦਾ, ਉੱਥੇ 1.5 ਦੇਦਾ, ਆਪਾਂ ਨੇ ਕੀ ਲੈਣਾ ਜਿੱਥੇ ਜੋ ਮਰਜ਼ੀ ਦੇਦਾ। ਅਸੀਂ ਤਾਂ ਜ਼ਮੀਨ ਦੇਣੀ ਨਹੀਂ ਜਿੰਨਾ ਚਿਰ ਸਾਡੇ ਕਿਸਾਨੀ ਦੇ ਮੁੱਦੇ ਨਹੀਂ ਹੱਲ ਹੁੰਦੇ। 90% ਲੋਕਾਂ ਨੇ ਆਪਾਂ ਨੇ ਜ਼ਮੀਨ ਦੇ ਕੇ ਦੁਬਾਰਾ ਜ਼ਮੀਨ ਹੀ ਖਰੀਦਣੀ ਹੈ ਨਾ। ਜੇ ਆਪਾਂ ਕਹਿੰਦੇ ਆ ਵੀ ਆਪਾਂ ਜ਼ਮੀਨ ਖਰੀਦਣੀ ਹੈ, ਫਿਰ ਉਹ ਜ਼ਮੀਨ ਦੀ ਫੇਰ ਲੜਾਈ ਹੈ। ਹੁਣ ਆਪਾਂ 2 ਕਿੱਲੇ ਪਿੱਛੇ ਲੜ ਰਹੇ, ਫਿਰ ਆਪਾਂ 5 ਕਿੱਲੇ ਪਿੱਛੇ ਲੜਾਂਗੇ। ਜੇ ਜੜ ਨੂੰ ਫੜ ਲਾਂਗੇ ਤਾਂ ਸਾਰਾ ਕੁਝ ਕਾਬੂ ਆ ਜੂ, ਨਹੀਂ ਤਾਂ ਪੱਤੇ ਨੇ ਉੱਥੇ ਦੇਖੀ ਜਾਓ ਉਹ ਸੁੱਕ ਗਿਆ, ਉਹ ਅੱਧਾ ਸੁੱਕਾ, ਬਸ ਇਹ ਬਣ ਲੈਣਾ ਇਹਨਾਂ ਨੇ ਆਪਾਂ ਨੂੰ। ਸੋ ਭਰਾਵੋ ਇੰਨੀ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਦਿੱਤਾ ਜੇ ਕੋਈ ਚੀਜ਼ ਦੀ ਗੱਲ ਕਹੀ ਹੋਵੇ, ਪਰ ਮੇਰੀ ਇਸ ਜਿਹੜੀ ਵਿਉਂਤਬੰਦੀ ਹੈ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੋਚੋ। ਸਭ ਕੁਝ ਹੋ ਜਾਊਗਾ ਜੇ ਆਪਣੀਆਂ ਲੱਤਾਂ ਵਜਨ ਝੱਲਣਗੀਆਂ, ਆਪਾਂ ਏਕਾ ਰੱਖਾਂਗੇ। ਜੋ ਇੱਥੇ 4 ਲੱਖ ਬੰਦਾ ਬੈਠਾ ਨਾ, ਜੇ ਅੱਜ ਆਪਾਂ ਉਹਨਾਂ ਨਾਲ ਖੜਦੇ ਆ, ਉਹ ਆਪਣੇ ਤੋਂ ਬਾਹਰ ਨਹੀਂ, ਉਹ ਆਪਣੇ ਪਿੱਛੇ ਲੜਨ ਗਏ ਨੇ। ਉਹ ਤਾਂ ਮੋਰਚੀ ਲਾ ਰਹੇ ਨੇ, ਇੱਕ ਮੋਰਚਾ ਲੱਗ ਜੂਗਾ। ਜੇ ਆਪਾਂ ਪਿੱਛੋਂ ਸੈਟਿੰਗ ਕਰਨੀ ਹੈ ਵੀ ਉਹ ਉੱਥੇ ਬੈਠੇ ਨੇ, ਆਪਾਂ ਸੈਟਿੰਗਾਂ ਕਰਨੀਆਂ, ਮੈਨੂੰ 50 ਮਿਲ ਗਿਆ, ਕਿਸੇ ਨੂੰ 80 ਮਿਲ ਗਿਆ, ਫਿਰ ਤਾਂ ਗੱਲ ਹੀ ਖਤਮ। ਧੰਨਵਾਦ।